हाँ जी। वाहिगुरू जी का खालसा वाहिगुरू जी की फतेह। स्वागत है जी तुहाडा मेरा यूट्यूब चैनल काका मोड़ ते अज जिहड़ी गलबात आपां करनी आ वो करनी आ भी जिहड़ियां औरतां ना जिहड़ी लेडीज़ आ वो कपड़ियां करके तो मॉडर्न हो चुकी है, पहरावे करके तो बहुत मॉडर्न आ वो, पर सोच करके मॉडर्न नहीं हुई। वो मतलब सोच नहीं उसकी उच्ची हुई, कपड़ियां करके या पढ़ाई करके तो बहुत उच्ची थां जा वड़ी। वो बड़ियां मल्लां मालियां, पर सोच करके नहीं उच्ची हुई। वो आपां ये गल करनी। अच्छा जिहड़ी गल आपां अच्छा एक गल मैं सोचदा ना गल भी साडा ना जिहड़ा समाज है पुरुष प्रधान समाज है। तो पुरुष प्रधान समाज पता क्यों बनया? क्योंकि पहला पै जो असी मगर देखते हैं तो साडे समाज दे विच सिर्फ रोजी रोटी कमाउण दा काम बंदे कोल सीगा, भी बंदा ही घर दे विच रोजी रोटी कमा के लिआउंदा ते औरत दा काम घरे घरे सीगा, भी उहने रोजी रोटी राटी बनाउणी हुंदी सी ते बंदे ने कमा के लिआउणी सी, औरतां बाहर नहीं जांदियां सीगीआं। अच्छा ਉਹਦੇ ਕਰਕੇ ਕੀ ਸੀ ਵੀ ਸਮਾਜ ਦੇ ਵਿੱਚ ਸਾਡੇ ਵਿੱਚ ਬੰਦੇ ਦੀ ਲੋੜ ਜ਼ਿਆਦਾ ਇੰਪੋਰਟੈਂਟ ਹੋ ਗਈ। ਸਾਨੂੰ ਲੱਗਣ ਲੱਗ ਗਿਆ ਵੀ ਜੇ ਬੰਦਾ ਨਾ ਹੋਇਆ ਸਾਡੀ ਰੋਜੀ ਰੋਟੀ ਨਹੀਂ ਕਮਾਉਣੀ ਕਿਸੇ ਨੇ। ਸਾਨੂੰ ਮਤਲਬ ਘਰ ਦਾ ਚੁੱਲ੍ਹਾ ਨਹੀਂ ਚੱਲਣਾ ਬੰਦੇ ਬਿਨਾਂ। ਉਹਦੇ ਕਰਕੇ ਹੌਲੀ ਹੌਲੀ ਸਾਡੇ ਦਿਮਾਗਾਂ ਦੇ ਵਿੱਚ ਪੈ ਗਿਆ ਕਹਿ ਲਓ। ਅਤੇ ਬੰਦੇ ਜਿਵੇਂ ਕਹਿ ਲਓ ਵੀ ਅਸਾਂ ਕਈ ਵਾਰੀ ਸੁਣਿਆ ਹੋਊਗਾ ਤੁਸੀਂ ਵੀ ਬੰਦੇ ਦੀ ਥੋੜ ਤਾਂ ਪੂਰੀ ਹੁੰਦੀ ਨਹੀਂ, ਪਰ ਮੁੰਡਿਆਂ ਦੀ ਥੋੜ ਤਾਂ ਨਹੀਂ ਰਹਿੰਦੀ। ਲੋਕਾਂ ਦੇ ਤੁਸੀਂ ਕਈ ਵਾਰ ਤਾਂ ਕੁੜੀਆਂ ਤੋਂ ਮੁੰਡੇ 5-5 7-7 ਮੁੰਡੇ ਲੋਕਾਂ ਦੇ ਵੀ ਅਲੱਗ ਅਲੱਗ ਬੰਦਿਆਂ ਵਾਲਾ ਘਰ ਚਾਹੀਦਾ। ਮਤਲਬ ਕੀ ਹੈ ਵੀ ਉਸ ਟਾਈਮ ਸਮਾਜ 'ਚ ਲੋੜ ਸੀਗੀ ਬੰਦਿਆਂ ਦੀ ਪੂਰੀ। ਪਰ ਜਿਵੇਂ ਜਿਵੇਂ ਸਾਡੇ ਸਮਾਜ ਥੋੜ੍ਹੀ ਤਰੱਕੀ ਕਰ ਰਿਹਾ, ਹੁਣ ਤਰੱਕੀ ਕਰ ਰਿਹਾ ਥੋੜ੍ਹੀ ਤਰੱਕੀ ਕਰਨਾ ਕੀ ਹੋਇਆ ਵੀ ਜਿਹੜੀ ਔਰਤ ਵੀ ਨਾ ਉਹ ਪੈਸਾ ਕਮਾਉਣ ਲੱਗ ਗਈ, ਜੋਬ ਕਰਦੀ ਆ, ਬਿਜ਼ਨਸ ਕਰਦੀ ਆ, ਸਾਰਾ ਕੰਮ ਹੌਲੀ ਹੌਲੀ ਕਰਕੇ ਔਰਤ ਕਰ ਰਹੀ ਆ। ਉਹਦੇ ਕਾਰਨ ਵੀ ਸਮਾਜ ਦੇ ਵਿੱਚ ਥੋੜ੍ਹਾ ਜਿਹਾ ਫਰਕ ਪਿਆ ਹੈ ਵੀ ਇੱਕ ਤਾਂ ਔਰਤਾਂ ਥੋੜ੍ਹੀਆਂ ਮੋਟੀਆਂ ਔਰਤਾਂ ਮੈਨਰ ਦੀਆਂ ਔਰਤਾਂ ਆਪਣਾ ਸਟੈਂਡ ਲੈਣ ਲੱਗ ਗਈਆਂ, ਆਪਣੀ ਗੱਲ ਨੂੰ ਕਹਿਣ ਲੱਗੀਆਂ ਸ਼ਬਦਾਂ ਰਾਹੀਂ, ਵੀਡੀਓ ਰਾਹੀਂ। ਕੁਛ ਕਦੋਂ ਵੇਖੂਗਾ ਪਰ ਉਹ ਗੱਲ ਕਹਿੰਦੀਆਂ ਆਪਦੀ, ਕੁਛ ਆਪਦੀ ਫੀਲਿੰਗ ਜ਼ਾਹਿਰ ਕਰਦੀਆਂ, ਆਪਦੀ ਫੀਲਿੰਗ ਨੂੰ ਦੱਸਦੀਆਂ ਲੋਕਾਂ ਨੂੰ। ਫਰਕ ਪਿਆ ਹੈ। ਪਰ ਫਿਰ ਵੀ ਜਾ ਕੇ ਜਦੋਂ ਵੇਖਦੇ ਹਾਂ ਜਿਹੜਾ ਅਖੌਤੀ ਧਰਮ ਆ ਉਹਦੀ ਅੱਜ ਵੀ ਔਰਤ ਗੁਲਾਮ ਹੈ। ਅਤੇ ਜਦ ਕਿ ਨਾ ਜਿਹੜਾ ਧਰਮ ਤੁਸੀਂ ਵੇਖੋਗੇ ਜਿਹੜਾ ਅਖੌਤੀ ਧਰਮ ਆ ਸਭ ਤੋਂ ਬਰਖਲਾਫ ਆ ਔਰਤ ਦੇ, ਅਤੇ ਉਹਦੀ ਔਰਤ ਬਿਲਕੁਲ ਮੰਨਦੀ ਵੀ ਉਹਨੂੰ ਹੈਗੀ ਆ। ਅੱਛਾ ਜਿਹੜਾ ਅਖੌਤੀ ਧਰਮ ਆ ਉਹਦੇ ਵਿੱਚ ਇਹ ਗੱਲ ਵੀ ਹੈਗੀ ਆ ਵੀ ਜੇ ਔਰਤ ਨੂੰ ਪੀਰੀਅਡਸ ਆਉਂਦੇ ਆ ਉਹ ਅਪਵਿੱਤਰ ਮੰਨਦੇ ਆ। ਉਹ ਅਖੌਤੀ ਧਰਮ ਜਿਹੜਾ ਬੰਦਾ, ਪਰ ਫਿਰ ਵੀ ਉਸ ਨੂੰ ਧਰਮ ਨੂੰ ਔਰਤ ਮੰਨਦੀ ਹੈ। ਕਿਉਂਕਿ ਨਾ ਮੈਂ ਦੇਖਿਆ ਸਾਡੇ ਇੱਕ ਡੇਰਾ ਨੇੜੇ, ਉੱਥੋਂ ਦੇ ਬਾਬਾ ਅਤੇ ਉਹ ਬੁੜੀਆਂ ਨੂੰ ਮੱਥੇ ਨਹੀਂ ਲਾਉਂਦਾ, ਮਤਲਬ ਬੁੜੀਆਂ ਕਿ ਨਿੱਕੀ ਨਿੱਕੀ ਕੁੜੀਆਂ ਨੂੰ ਮੱਥੇ ਵੀ ਲਾਉਂਦਾ ਉਹ, ਕਿਉਂਕਿ ਉਹ ਮੰਨਦੇ ਇਸ ਗੱਲ ਨੂੰ ਵੀ ਜਿਹੜੀ ਲੇਡੀਜ਼ ਆ ਉਹ ਅਪਵਿੱਤਰ ਹੁੰਦੀ ਹੈ ਵੀ ਇਹਨੂੰ ਪੀਰੀਅਡ ਆਉਂਦਾ। ਪਰ ਉਹ ਤਾਂ ਚਲੋ ਮੰਨਣ ਵੱਖਰੀ ਗੱਲ ਆ, ਪਰ ਪੜ੍ਹੀਆਂ ਲਿਖੀਆਂ ਔਰਤਾਂ PhD ਕੀਤੀਆਂ, ਐਨ ਪੜ੍ਹੀਆਂ ਲਿਖੀਆਂ ਫੈਮਲੀਆਂ ਵੀ PhD ਕੀਤੀਆਂ, ਪੂਰਾ ਪੜ੍ਹੀਆਂ ਲਿਖੀਆਂ ਫੈਮਲੀਆਂ ਵੀ ਉੱਥੇ ਜਾਂਦੀਆਂ ਵੇਖੀਆਂ ਮੈਂ। ਅੱਛਾ ਜਦ ਕਿ ਨਾ ਬੰਦੇ ਜਿਹੜੀਆਂ ਪੜ੍ਹੀਆਂ ਲਿਖੇ ਬੰਦੇ ਆ, ਪੜ੍ਹੀਆਂ ਲਿਖੀਆਂ ਔਰਤਾਂ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਜਿਹੜਾ ਔਰਤ ਨੂੰ ਪੀਰੀਅਡ ਆਉਣਾ, ਪੀਰੀਅਡ ਦੌਰਾਨ ਹੀ ਜਿਹੜਾ ਆਉਣਾ ਉਹਦੇ ਕਰਕੇ ਹੀ ਸਾਡਾ ਜਨਮ ਹੈ, ਉਹਦੇ ਕਰਕੇ ਅਸੀਂ ਜੰਮਦੇ ਹਾਂ, ਬੱਚਾ ਪੈਦਾ ਹੁੰਦਾ। ਇਹ ਬਾਬਾ ਵੀ ਉਸੇ ਕਰਕੇ ਜੰਮਿਆ। ਪਰ ਫਿਰ ਵੀ ਉਹ ਜਾ ਕੇ ਇਸ ਗੱਲ ਨੂੰ ਮੰਨਦੇ ਆ ਅਤੇ ਡੇਰੇ ਜਾ ਕੇ ਬੰਦਾ ਪ੍ਰਸ਼ਾਦ ਚੜ੍ਹਾ ਕੇ ਆਉਂਦਾ। ਮਤਲਬ ਕਿ ਆ ਜਿਹੜਾ ਅਖੌਤੀ ਧਰਮ ਆ ਨਾ ਉਹਦਾ ਬੰਦਾ ਗੁਲਾਮ ਹੈ, ਬੰਦਾ ਉਹਨੂੰ ਮੰਨਦਾ ਪਿਆ। ਜਿਹੜੇ ਜੇ ਤੁਸੀਂ ਬਾਬਿਆਂ 'ਤੇ ਜਾਓਗੇ ਜਾਂ ਡੇਰਿਆਂ ਜਾਓਗੇ, ਸਿਆਣਿਆਂ ਕੋਲ, ਜਿਹਦੇ ਕੋਲ ਮਰਜ਼ੀ ਜਾਓ, ਤੁਸੀਂ ਉਹਨਾਂ ਕੋਲੋਂ ਜਾ ਕੇ ਇਹ ਗੱਲ ਸੁਣੋਗੇ ਵੀ ਭਾਈ ਜਦੋਂ ਆਹ ਡੇਟ ਪੀਰੀਅਡ ਆਇਆ ਹੋਵੇ ਨਾ ਧੂਫ ਬੱਤੀ ਨਹੀਂ ਕਰਨੀ, ਜਦੋਂ ਆਹ ਗੱਲ ਹੋਵੇ ਤੁਸੀਂ ਪਾਠ ਨਹੀਂ ਕਰਨਾ, ਜਦੋਂ ਆਹ ਗੱਲ ਹੋਵੇ ਤੁਸੀਂ ਆਹ ਨਹੀਂ ਕਰਨਾ। ਅਤੇ ਉਹਨੂੰ ਪੜ੍ਹੀਆਂ ਲਿਖੀਆਂ ਔਰਤਾਂ ਮੰਨਦੀਆਂ ਦਿਖਾਈਆਂ ਮੈਂ, ਪੜ੍ਹੀਆਂ ਲਿਖੀਆਂ ਬਾਬਿਆਂ ਨੂੰ, ਧਾਗੇ ਤਵੀਤਾਂ ਨੂੰ ਲੌਜੀਕਲੀ ਮੰਨਣ ਵਾਲੇ। ਯਾਰ ਸਾਇੰਸ ਪੜ੍ਹਾਉਣ ਵਾਲੀ ਟੀਚਰ ਵੀ ਟੀਵੀਆਂ ਨੂੰ, ਜੰਤਰ ਮੰਤਰ ਨੂੰ, ਤਵੀਤਾਂ ਨੂੰ ਮੰਨਦੀ ਹੁੰਦੀ ਆ। ਸਾਇੰਸ ਪੜ੍ਹਾਉਣ ਵਾਲੀ ਮੈਡਮ ਵੀ ਵਰਤ ਰੱਖਦੀ ਮਿਲੂਗੀ ਤੁਹਾਨੂੰ, ਜਿਹੜਾ ਸਾਇੰਸ ਆ ਜਿਹੜਾ ਲੌਜੀਕਲੀ ਗੱਲ ਕਰਦਾ ਉਹ ਮੈਡਮ ਵੀ ਤੁਹਾਨੂੰ ਇਹ ਗੱਲ ਕਰਦੀ ਮਿਲੂਗੀ। ਹੁਣ ਇੱਥੋਂ ਤੱਕ ਅਸੀਂ ਗੁਲਾਮੀ ਕੀ ਹੋ ਸਕਦੇ ਹਾਂ? ਔਰਤ ਗੁਲਾਮ ਤਾਂ ਕਰਕੇ ਆ ਕਿਉਂਕਿ ਇਹ ਸਾਡੇ ਨਾ ਘਰਾਂ ਦੇ ਵਿੱਚ ਜਿਹੜੀ ਮੁੰਡੇ ਦੀ ਲੋੜ ਆ ਉਹ ਜ਼ਿਆਦਾ ਬਣ ਜਾਂਦੀ ਹੈ ਸਮਾਜ ਦੇ ਵਿੱਚ। ਜਿਵੇਂ ਗੱਲ ਕਰਕੇ ਨਾ ਪਹਿਲਾਂ ਵੀ ਉਹਦੀ ਮਤਲਬ ਮੁੰਡੇ ਤੋਂ ਕਰਕੇ ਉਹਦੇ ਦਿਮਾਗ ਦੇ ਵਿੱਚ ਹੌਲੀ ਕਰਕੇ ਅਸੀਂ ਦਿਮਾਗ 'ਚ ਗੱਲ ਪਾ ਦਿਆ ਵੀ ਬੰਦੇ ਬਿਨਾਂ ਤੇਰੀ ਗਤੀ ਹੈ ਨਹੀਂ। ਉਹਦਾ ਅੱਛਾ ਉਹਨੂੰ ਡਰ ਰਹਿੰਦਾ ਵੀ ਜੇ ਕਿਤੇ ਕੁਛ ਹੋ ਗਿਆ ਤਾਂ ਮੇਰਾ ਕੀ ਬਣੂਗਾ।
ਕਿਉਂਕਿ ਡਰਾਈ ਹੁੰਦੀ ਸਾਡੀ ਮੁੱਢ ਤੋਂ ਡਰਾਈ ਹੋਣ ਕਰਕੇ ਉਹ ਦਿਮਾਗ ਦੇ ਵਿੱਚ ਡਰ ਹੁੰਦਾ। ਡਰ ਕਰਕੇ ਉਹਨੂੰ ਲੱਗਦਾ ਵੀ ਜੇ ਮੇਰੇ ਮੰਨ ਲਓ ਜੇ ਮੇਰੇ ਭਰਾ ਨੂੰ ਨਾ ਹੋਇਆ ਫਿਰ ਮੇਰਾ ਜੀਵਨ ਨਹੀਂ ਹੈਗਾ, ਜੇ ਮੇਰਾ ਪਿਓ ਨੂੰ ਕੁਛ ਹੋ ਗਿਆ ਫਿਰ ਮੇਰਾ ਜ਼ਿੰਦਗੀ ਜੀਵਨ ਨਹੀਂ ਹੈਗਾ, ਜੇ ਮੇਰੇ ਘਰ ਵਾਲਿਆਂ ਨਾ ਹੋਇਆ ਮਤਲਬ ਕੁਛ ਹੋ ਜਾਂਦਾ ਫਿਰ ਮੇਰੀ ਜ਼ਿੰਦਗੀ ਕਾਹਦੀ, ਮੈਂ ਤਾਂ ਰੁਲ ਜੂੰਗੀ। ਮਤਲਬ ਉਹਦੇ ਦਿਮਾਗ ਡਰ ਪਾਇਆ ਹੁੰਦਾ ਬੰਦੇ ਨੂੰ ਪੂਰਾ। ਉਹਦੇ ਕਰਕੇ ਨਾ ਉਹ ਫਿਰ ਕੀ ਕਰਦੀ ਆ, ਜਦੋਂ ਇਹ ਹੁੰਦਾ ਉਹ ਗਲਤ ਪਾਸੇ ਮਤਲਬ ਇੱਕੋ ਤਰੀਕਾ ਰਹਿੰਦਾ ਬੁੜੀ ਕੋਲ ਬਚਾਉਣ ਵਾਸਤੇ, ਹੋਊਗਾ ਬਾਬੇ। ਫਿਰ ਬਾਬਿਆਂ ਕੋਲ ਜਾਂਦੀਆਂ ਬੁੜੀਆਂ ਰਾਮ, ਕਿਉਂਕਿ ਤਰੀਕਾ ਇੱਕੋ ਸਾਡੇ ਸਮਾਜ ਨੇ ਬਣਾਇਆ ਵੀ ਕੋਈ ਮੁਸ਼ਕਿਲ ਆਵੇ, ਕੋਈ ਪ੍ਰੋਬਲਮ ਆਵੇ, ਤੁਹਾਡੇ ਕੋਲ ਇੱਕੋ ਹੀ ਤਰੀਕਾ ਵੀ ਤੁਸੀਂ ਧਰਮ ਨੂੰ, ਅਖੌਤੀ ਧਰਮ ਨੂੰ ਮੰਨੋ, ਬਾਬਿਆਂ ਕੋਲ ਜਾਓ, ਪਾਠ ਪੂਜਾ ਕਰਾਓ, ਧਾਗੇ ਤਵੀਤ ਕਰਾਓ, ਫਲਾਨਾ ਕਰਾਓ। ਇਹ ਸਾਡੇ ਕੋਲ ਇੱਕੋ ਤਰੀਕਾ ਹੀ ਆ, ਸਲਿਊਸ਼ਨ ਸਾਡੇ ਕੋਲ ਇਹੀ ਨਿਕਲਦਾ, ਪ੍ਰੋਬਲਮ ਕੋਈ ਵੀ ਹੋਵੇ। ਅਤੇ ਔਰਤਾਂ ਸਭ ਤੋਂ ਵੱਧ ਸਲਿਊਸ਼ਨ ਔਰਤਾਂ ਸਭ ਤੋਂ ਵੱਧ ਟਾਰਗੇਟ ਬਾਬੇ ਤਾਂ ਹੁੰਦੀਆਂ ਕਿਉਂਕਿ ਸਭ ਤੋਂ ਵੱਧ ਡਰੀ ਹੋਈ ਔਰਤ ਹੁੰਦੀ ਹੈ, ਕਿਉਂਕਿ ਡਰਾਈ ਹੁੰਦੀ ਸਾਡੇ ਸਮਾਜ ਨੇ, ਤਾਂ ਕਰਕੇ ਉਹ ਡਰੀ ਹੋਈ ਜਾਂਦੀ ਆ। ਉਹ ਸਭ ਤੋਂ ਵੱਧ ਬਾਬਿਆਂ ਨੂੰ, ਸਭ ਤੋਂ ਵੱਧ ਇਹਨਾਂ ਨੂੰ ਮੰਨਦੀ ਮਿਲੂਗੀ, ਅਖੌਤੀ ਧਰਮ ਨੂੰ ਮੰਨਦੀ ਮਿਲੂਗੀ, ਤਾਂ ਮੰਨ ਰਹੀ ਉਹ। ਉਹਦੀ ਔਰਤ ਦੀ ਤਾਂ ਕਰਕੇ ਸੋਚ ਗੁਲਾਮ ਹੈ। ਬੇਸ਼ੱਕ ਉਹ ਕੱਪੜੇ ਅੱਜ ਮਾਡਰਨ ਪਾਉਂਦੀ ਹੈ, ਸਭ ਕੁਛ ਕਰਦੀ ਹੈ, ਪਰ ਜਿਹੜੀ ਸੋਚ ਹੈ ਨਾ ਉਹਦੀ, ਉਹ ਗੁਲਾਮ, ਧਾਰਮਿਕ ਤੌਰ 'ਤੇ ਗੁਲਾਮ ਆ, ਅਖੌਤੀ ਧਾਰਮਿਕ ਤੌਰ 'ਤੇ ਗੁਲਾਮ ਹੈ। ਅਤੇ ਨਾ ਕਿਉਂਕਿ ਔਖਾ ਹੁੰਦਾ ਜਿਹੜਾ ਬੰਦਾ ਉਹ ਵੀ ਨਹੀਂ ਨਿਕਲ ਸਕਦਾ। ਔਰਤ ਤਾਂ ਚਲੋ ਖੈਰ ਸਲਾ ਆਪਾਂ ਕਹਿ ਦਈਏ ਜਿਵੇਂ ਵੀ ਔਰਤ ਦੇ ਵਿੱਚ ਤਾਂ ਬਹੁਤ ਤਕੜਾ ਪਹੁੰਚਾ, ਉਹ ਸਦੀਆਂ ਤੋਂ ਗੁਲਾਮ ਤੁਰੀ ਆਈ ਆ, ਉਹ ਸਦੀਆਂ ਤੋਂ। ਅੱਜ ਵੀ ਉਹਨੂੰ ਆਜ਼ਾਦ ਹੋਣਾ ਔਖਾ, ਪਰ ਹਿੰਮਤ ਵੀ ਨਹੀਂ ਕਰਦੀ ਔਰਤ। ਇਹ ਨਹੀਂ ਗੱਲ ਕਿ ਆਜ਼ਾਦ ਨਹੀਂ ਹੋ ਸਕਦੀ, ਸਭ ਕੁਛ ਸਕਦਾ, ਹਿੰਮਤ ਨਹੀਂ ਕਰਦੀ। ਅਨਪੜ੍ਹ ਔਰਤਾਂ ਤਾਂ ਖੈਰ ਚਲੋ ਜਿਹੜੀਆਂ ਹੈਗੀਆਂ, ਘੱਟ ਪੜ੍ਹੀਆਂ ਲਿਖੀਆਂ ਹੈਗੀਆਂ, ਉਹ ਵੀ ਹੈਗੀਆਂ। ਵਧੀਆ ਗ੍ਰੈਜੂਏਟ ਔਰਤਾਂ ਵੀ ਜੇ ਇਸ ਚੀਜ਼ ਦਾ ਗੁਲਾਮ ਆਉਣਾ ਤਾਂ ਯਾਰ ਸੋਚਣਾ ਬਣਦਾ ਵੀ ਸਾਡਾ ਤਰੀਕਾ ਨਹੀਂ ਸਹੀ ਹੈਗਾ, ਸਹੀ ਨਹੀਂ ਹੈਗਾ, ਸਾਡੀ ਪਰਵਰਿਸ਼ ਸਹੀ ਨਹੀਂ ਹੋਈ। ਫਿਰ ਅਸੀਂ ਅਨਪੜ੍ਹ ਬੰਦੇ ਹਾਂ, ਕਿਉਂਕਿ ਬੰਦੇ ਦਾ ਪੜ੍ਹਿਆ ਲਿਖਿਆ ਹੋਣਾ ਇੱਕ ਗੱਲ ਹੈ, ਕੱਪੜੇ ਵਧੀਆ ਪਾਉਣੇ ਇੱਕ ਗੱਲ ਆ, ਪਰ ਸੋਚ ਬੰਦੇ ਦੀ ਜੇ ਇਹ ਵਹਿਮ ਭਰਮ ਵਾਲੀ ਮਤਲਬ ਲੌਜੀਕਲੀ ਨਹੀਂ ਹੈ ਨਾ, ਤਾਂ ਬੰਦਾ ਪੜ੍ਹਿਆ ਲਿਖਿਆ ਨਹੀਂ ਮੰਨਿਆ ਜਾਊਗਾ, ਉਹ ਅਨਪੜ੍ਹ ਹੀ ਮੰਨਿਆ ਜਾਊ, ਬਰਾਬਰ 'ਤੇ ਮੰਨਿਆ ਜਾਊਗਾ। ਇਸ ਲਈ ਸਾਡੇ ਸਮਾਜ ਜ਼ਰੂਰੀ ਹੈ ਇਹ ਗੱਲਾਂ ਵੀ ਹੌਲੀ ਹੌਲੀ ਕਰਕੇ ਸਾਡੇ ਸਮਾਜ ਚੇਂਜ ਵੈਸੇ ਆ ਰਿਹਾ, ਚੇਂਜ ਬਹੁਤ ਆ ਰਿਹਾ, ਥੋੜ੍ਹਾ ਕਰਕੇ ਚੇਂਜ ਆਈ ਜਾਂਦਾ, ਹੌਲੀ ਹੌਲੀ ਕਰਕੇ ਬੰਦੇ ਬਾਗੀ ਹੁੰਦੇ ਜਾਂਦੇ ਆ। ਪਰ ਦੇਖੋ ਇਹ ਗੱਲ ਨਾ ਬਹੁਤ ਔਖਾ ਹੋਈ ਆ, ਜੇ ਤੁਸੀਂ ਜਿਹੜੇ ਮਤਲਬ ਆਪਾਂ ਕਹਿ ਲਈਏ ਵੀ ਜਿਹੜੀ ਕੁੜੀਆਂ ਆਪਣੀਆਂ ਜਾਂ ਜਿਹੜੀਆਂ ਅੰਧ ਵਿਸ਼ਵਾਸਾਂ 'ਚ ਫਸੇ ਹੋਈਆਂ ਨਾ, ਉਹਨਾਂ ਦਾ ਹੌਲੀ ਹੌਲੀ ਕਰਕੇ ਜ਼ਿੰਦਗੀ ਦੁੱਭਰ ਹੁੰਦੀ ਤੁਰੀ ਜਾਂਦੀ ਹੈ। ਅਨਪੜ੍ਹ ਹੁੰਦਾ ਨਾ, ਜਿਹੜਾ ਅਨਪੜ੍ਹ ਬੰਦਾ ਕੱਟ ਲੈਂਦਾ ਹੁੰਦਾ, ਕਿਉਂਕਿ ਉਹਦੇ ਕੋਲ ਤਾਂ ਮਾਤੀ ਹੁੰਦੀ ਆ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਪੜ੍ਹੇ ਲਿਖੇ ਨੂੰ, ਕਿਉਂਕਿ ਪੜ੍ਹੇ ਨੂੰ ਫਰਕ ਇੱਕ ਹੋਰ ਪੈਣਾ ਯਾਰ। ਮੈਂ ਤਾਂ ਦੇਖੋ ਸਮਾਜ ਦਾ ਜਿਹੜਾ ਤਰੱਕੀ ਕਰ ਰਿਹਾ, ਲੌਜੀਕਲੀ ਅੱਗੇ ਵੱਧ ਰਿਹਾ ਸਮਾਜ, ਕਿਉਂਕਿ ਗੱਲਾਂ ਤੁਸੀਂ ਫੇਸਬੁੱਕ 'ਤੇ ਵੇਖੋਗੇ, ਉਹ 'ਤੇ ਵੇਖੋਗੇ, ਲੌਜੀਕਲੀ ਹੋ ਰਹੀਆਂ, ਲੌਜੀਕਲੀ ਅੱਗੇ ਵੱਧ ਰਿਹਾ ਬੰਦਾ। ਅੱਛਾ, ਜਦੋਂ ਪੜ੍ਹੇ ਲਿਖੇ ਬੰਦੇ ਨੇ ਜੇ ਅਨਲੌਜੀਕਲੀ ਗੱਲ ਕਰੂਗਾ ਨਾ, ਤਾਂ ਅਗਲਾ ਕਹੂਗਾ ਯਾਰ ਤੂੰ ਬੰਦੇ ਨੂੰ ਸ਼ਰਮ ਆਉਣ ਲੱਗ ਪੈਂਦੀ, ਆਪਾਂ ਅਨਲੌਜੀਕਲੀ ਗੱਲਾਂ ਕਰਦੇ, ਛਪਾਛਪਾ ਗੱਲਾਂ ਕਰੂਗਾ। ਫਿਰ ਜਿੰਨੀਆਂ ਛਪਾਛਪਾ ਤੁਸੀਂ ਗੱਲਾਂ ਕਰੋਗੇ ਨਾ, ਜਿੰਨਾ ਛਪਾਛਪਾ ਕਰੋਗੇ ਉਹਨਾਂ ਤੁਹਾਨੂੰ ਉਹਨੇ ਡਿਪਰੈਸ਼ਨ 'ਚ ਲਈ ਜਾਣਾ, ਡਿਪਰੈਸ ਹੁੰਦਾ ਜਾਣਾ, ਤੁਸੀਂ ਉੱਥੋਂ ਬਣਾਈ ਨਹੀਂ ਜਾਣੀ। ਇਸ ਲਈ ਔਰਤ ਨੂੰ ਸੋਚ ਕਰਕੇ, ਕੱਪੜਿਆਂ ਕਰਕੇ, ਪਹਿਰਾਵੇ ਕਰਕੇ ਮਾਡਰਨ ਹੋਣਾ ਚਾਹੀਦਾ, ਸੋਚ ਕਰਕੇ ਮਾਡਰਨ ਹੋਣਾ ਚਾਹੀਦਾ, ਲੌਜੀਕਲੀ ਹੋਣਾ ਚਾਹੀਦਾ। ਅਤੇ ਸਾਨੂੰ ਚਾਹੀਦਾ ਵੀ ਅਸੀਂ ਘਰਾਂ ਦੇ ਵਿੱਚ ਸਾਡੀਆਂ ਬੱਚੀਆਂ ਨੂੰ ਧਰਮ ਤੋਂ ਦੂਰ ਰੱਖੀਏ, ਆਪਣੇ ਤੋਂ ਇਹਨਾਂ ਗੱਲਾਂ ਤੋਂ ਦੂਰ ਰੱਖੀਏ, ਅਸੀਂ ਨਾ ਲੈ ਕੇ ਜਾਈਏ ਉਹਨਾਂ ਨੂੰ, ਇਹਨਾਂ ਜ਼ਿੰਦਗੀ ਨਾ ਖਰਾਬ ਉਹਨਾਂ ਨੂੰ, ਆਪਣੇ ਆਪ ਜ਼ਿੰਦਗੀ ਦੂਜੀ ਦੀ ਲੌਜੀਕਲੀ ਸੋਚਣਾ ਸਿਖਾਈਏ ਉਹਨਾਂ ਨੂੰ, ਲੌਜੀਕਲੀ ਵੇਖਣ, ਹਰ ਚੀਜ਼ ਨੂੰ ਲੌਜੀਕਲ ਨਾਲ ਵੇਖਣ, ਤਾਂ ਜ਼ਿੰਦਗੀ ਦੇ ਵਿੱਚ ਵਧੀਆ ਰਹਿਣਗੇ ਅਤੇ ਵਧੀਆ ਰਿਲੇਸ਼ਨ ਬਣਾਉਣਗੇ। ਜੇ ਕੱਲ੍ਹ ਨੂੰ ਸਾਡੀਆਂ ਕੁੜੀਆਂ ਜੇ ਲੌਜੀਕਲੀ ਸੋਚਣਗੀਆਂ, ਅਖੌਤੀ ਧਰਮ ਤੋਂ ਦੂਰ ਰਹਿਣਗੀਆਂ ਨਾ, ਕੱਲ੍ਹ ਨੂੰ ਸ਼ੋਸ਼ਣ ਨਹੀਂ ਹੋਊਗਾ ਉਹਨਾਂ ਦਾ। ਜੇ ਕੱਲ੍ਹ ਨੂੰ ਹੋ ਸਕਦਾ ਅਸੀਂ ਜਾਂ ਸਾਡੀਆਂ ਕੁੜੀਆਂ ਜਾਂ ਅਸੀਂ ਗਲਤ ਟੱਕਰ ਜਾਂ ਸਾਨੂੰ ਬੰਦਾ ਗਲਤ ਟੱਕਰ ਜਾਂਦਾ, ਜਾਂ ਮੈਰਿਜ ਬੰਦਾ ਗਲਤ ਨਾ ਕਰਾ ਲਿਆ, ਬੰਦਾ ਸਾਨੂੰ ਗਲਤ ਟੱਕਰ ਗਿਆ, ਤਾਂ ਵਾਪਸ ਆਉਣ ਨੂੰ ਵੀ ਉਹ ਵਾਪਸ ਵੀ ਆ ਜਾਣਾ, ਮਤਲਬ ਉਹ ਤੋਂ ਖਹਿੜਾ ਛਡਾ ਕੇ ਤਲਾਕ ਲੈ ਕੇ ਆਪਣੀ ਜ਼ਿੰਦਗੀ ਅੱਡ ਜੀ ਲੈਣਗੀਆਂ। ਨਹੀਂ ਤਾਂ ਬੰਦਾ ਸਾਰੀ ਉਮਰ ਬੋਝ ਢਾਉਂਦਾ ਰਹਿਣਗੀਆਂ, ਸਾਰੀ ਉਮਰ ਢਾਉਂਦੀਆਂ ਰਹਿਣਗੀਆਂ। ਇਹ ਜ਼ਰੂਰੀ ਹੈ ਗੱਲਾਂ ਇਸ ਸਮੇਂ 'ਚ। ਠੀਕ, ਹਾਂਜੀ, ਮੈਂ ਜਿੰਨੀ ਗੱਲ ਕਲੀਅਰ ਕਰ ਸਕਦਾ ਕਰੀ, ਬਾਕੀ ਜੇ ਗੱਲ ਹੋਰ ਵੀ ਹੋਈ ਤਾਂ ਆਪਾਂ ਹੋਰ ਵੀ ਗੱਲ ਕਰਾਂਗੇ, ਅਤੇ ਹੋ ਸਕਿਆ ਆਪਾਂ ਹੋਰ ਵੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਪਹਿਲਾਂ ਮੈਂ ਥੋੜ੍ਹਾ ਜਿਹਾ ਵਿਹਲਾ ਨਹੀਂ ਸੀ, ਕਿਉਂਕਿ ਝਾਨੇ ਕਰਕੇ ਉਲਝਿਆ ਸੀਗਾ। ਹੁਣ ਥੋੜ੍ਹਾ ਜਿਹਾ ਮੈਂ ਵਿਹਲਾ ਹੋਇਆ, ਅਤੇ ਹੋ ਸਕਦਾ ਥੋੜ੍ਹਾ ਟਾਈਮ ਵਿਹਲਾ ਰਹਾਂ, ਕਿਉਂਕਿ ਫਿਰ ਸਾਡੇ ਧਰਮਸ਼ਾਲਾ ਦਾ ਕੰਮ ਚੱਲ ਪੈਣਾ, ਅਤੇ ਸ਼ਾਇਦ ਹੋ ਸਕਦਾ ਮੈਂ ਉੱਧਰ ਬਿਜੀ ਹੋ ਜਾਂ, ਅਤੇ ਫਿਰ ਵੀ ਟਾਈਮ ਲੱਗੇ, ਪਰ ਹੋ ਸਕਦਾ ਆਪਾਂ ਕੁਛ 1-2 ਵੀਡੀਓ ਬਣਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ,